जी। सूरा सो पहचानिए, जो नर दीन के हेत, पुरजा पुरजा कट नर, कबू ना छाड़े खेत। कबीर मोहे मरने का जाओ है, मरूं ता हर के द्वार। मत हर पूछे कौन है, परा हमारे बार। मत हर पूछे कौन है, परा हमारे बार। ज्यों बुलावे त्यों बोले स्वामी, कुदरत कवन हमारी। साध संग नानक जस गायो, जो प्रभ की अत प्यारी। परम सन्मानयोग ਸ਼ਤਰ ਚੌਰ ਅਤੇ ਤਖਤਾਂ ਦੇ ਮਾਲਕ, ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ। ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਪਾਵਨ ਦਰਬਾਰ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਿਕਾਰੇ ਸਤ ਸੰਗੀ ਪ੍ਰੇਮੀ ਜਨੋ, ਆਓ ਜਿੱਥੇ ਆਪ ਜੀ ਬੜੇ ਅਦਬ ਨਾਲ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਵਕਤ ਹੋਇਆ ਹੈ ਗੁਰਮਤਿ ਵਿਚਾਰਾਂ ਦਾ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ। ਹੱਥ ਜੋੜ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਦਾਨੇ ਸੱਜਣ ਦੇ ਬੋਲ ਹੈ, ਉਹ ਆਖਦਾ ਹੈ ਕਿ ਜਿਹੜਾ ਇਤਿਹਾਸ ਹੈ, ਜਿਹੜੀ ਹਿਸਟਰੀ ਹੈ, ਉਹ ਇੱਕ ਦਿੱਲੀ ਦੀਪਕ ਦੀ ਤਰ੍ਹਾਂ ਹੈ। ਜਿਵੇਂ ਕਿ ਜਦੋਂ ਪੁਰਾਤਨ ਸਮੇਂ ਵਿੱਚ ਅਜੇ ਬਿਜਲੀ ਨਹੀਂ ਸੀ ਹੋਇਆ ਕਰਦੀ, ਲਾਈਟ ਨਹੀਂ ਸੀ ਹੋਇਆ ਕਰਦੀ, ਤਾਂ ਖਾਸ ਕਰਕੇ ਪਿੰਡਾਂ ਵਿੱਚ ਲੋਕ ਜਦੋਂ ਰਾਤ ਨੂੰ ਹਨੇਰਾ ਹੋਣਾ ਤੇ ਮਿੱਟੀ ਦੇ ਦੀਵੇ ਜਗਾਏ ਜਾਣੇ, ਤੇ ਅਕਸਰ ਹੀ ਉਹ ਦੀਵਾ ਸਿਆਣੀਆਂ ਮਾਈਆਂ, ਸਿਆਣੇ ਬਜ਼ੁਰਗ, ਜਿਹੜੀ ਘਰ ਦੇ ਦਰਵਾਜ਼ੇ ਦੀ ਦਹਲੀਜ਼ ਹੋਇਆ ਕਰਦੀ ਸੀ, ਉਹ ਦਹਲੀਜ਼ ਦੇ ਉੱਤੇ ਰੱਖਿਆ ਜਾਂਦਾ ਸੀ, ਟਿਕਾਇਆ ਜਾਂਦਾ ਸੀ। ਇੱਕ ਦੀਵਾ ਦੋ ਕਾਰਜ ਕਰਦਾ ਸੀ, ਦੋ ਕੰਮ ਕਰਦਾ ਸੀ। ਜਿੱਥੇ ਅੰਦਰ ਕਮਰੇ ਵਿੱਚ ਰੋਸ਼ਨੀ ਦਿੰਦਾ ਸੀ, ਉੱਥੇ ਵਿਹੜੇ ਦੇ ਵਿੱਚ ਵੀ ਉਹਦੀ ਰੋਸ਼ਨੀ ਜਿਹੜੀ ਜਾਂਦੀ ਸੀ। ਤਾਂ ਉਸ ਨੂੰ ਕਿਹਾ ਜਾਂਦਾ ਸੀ ਦਹਲੀਜ਼ ਤੇ ਰੱਖਿਆ ਹੋਇਆ ਦਿੱਲੀ ਦੀਪਕ। ਇਨ ਬਿਨ ਇਸੇ ਤਰ੍ਹਾਂ ਸਾਡਾ ਜਿਹੜਾ ਇਤਿਹਾਸ ਹੈ, ਸਾਡਾ ਵਿਰਸਾ ਹੈ, ਉਹ ਵੀ ਇੱਕ ਦਿੱਲੀ ਦੀਪਕ ਹੈ, ਜਿਹੜਾ ਸਾਨੂੰ ਸਾਡੇ ਅੰਦਰ ਤੱਕ ਲੈ ਕੇ ਜਾਂਦਾ। ਭਾਵ ਸਾਡੇ ਪਾਸਟ ਵਿੱਚ ਜੋ ਕੱਲ ਸਾਡੇ ਨਾਲ ਬੀਤ ਚੁੱਕਾ, ਉਹਦੇ ਤੇ ਸਾਨੂੰ ਝਾਤ ਪਵਾਉਂਦਾ ਹੈ, ਉਹਦੇ ਤੋਂ ਸੁਚੇਤ ਕਰਦਾ ਹੈ, ਦੱਸਦਾ ਹੈ ਉਹਦੇ ਬਾਰੇ। ਉੱਥੇ ਹੀ ਬਾਹਰ ਸਾਡੇ ਵਿਹੜੇ ਦੇ ਵਿੱਚ ਵੀ ਰੋਸ਼ਨੀ ਕਰਦਾ ਹੈ, ਭਾਵ ਕਿ ਜਿਹੜਾ ਆਉਣ ਵਾਲਾ ਸਾਡਾ ਵਰਤਮਾਨ ਹੈ, ਉਹਦੇ ਤੋਂ ਵੀ ਸਾਨੂੰ ਉਹ ਸੁਚੇਤ ਕਰਦਾ, ਆਉਣ ਵਾਲਾ ਜਿਹੜਾ ਸਾਡਾ ਭਵਿੱਖ ਹੈ, ਤੇ ਵਰਤਮਾਨ ਤੋਂ ਵੀ ਸਾਨੂੰ ਸੁਚੇਤ ਕਰਦਾ ਹੈ। ਅਜਿਹੇ ਹੀ ਇਤਿਹਾਸ ਦੇ ਪੰਨੇ ਅੱਜ ਦੇ ਦਿਨ
ਜਿਹੜੇ ਸਾਡੇ ਨਾਲ ਵਾਪਰੇ ਉਹ ਇਤਿਹਾਸ ਦੇ ਪੰਨਿਆਂ ਨੂੰ ਕਿਹਾ ਜਾਂਦਾ ਹੈ ਸਾਕਾ ਜੂਨ 1984, ਜਿਹੜਾ ਅੱਜ ਦੇ ਦਿਨ ਸਾਡੇ ਪੁਰਖਿਆਂ ਨੇ ਆਪਦੇ ਪਿੰਡੇ ਤੇ ਹੰਡਾਇਆ। ਅਕਸਰ ਹੀ ਤੁਹਾਡੇ ਵਿੱਚੋਂ ਜਿਹੜੇ ਵੱਡੀਆਂ ਵਡੇਰੀਆਂ ਉਮਰਾਂ ਵਾਲੇ ਬੈਠੇ ਨੇ, ਬਹੁਤਿਆਂ ਨੇ ਮੌਕਾ ਮਿਲਿਆ ਹੋਵੇਗਾ, ਅੱਖੀਂ ਵੇਖਿਆ ਹੋਵੇਗਾ, ਜਾਂ ਤੁਹਾਡੇ ਕੋਈ ਰਿਸ਼ਤੇਦਾਰ ਬਜ਼ੁਰਗ ਜਿਨ੍ਹਾਂ ਨੇ ਇਸ ਨੂੰ ਪਿੰਡੇ ਤੇ ਹੰਡਾਇਆ ਹੋਵੇਗਾ, ਤੇ ਬਹੁਤਾਤ ਜਿਨ੍ਹਾਂ ਨੇ ਇਸ ਸਾਕੇ ਨੂੰ ਸੁਣਿਆ ਹੈ ਜੋ ਸਾਡੇ ਪੁਰਖਿਆਂ ਦੇ ਨਾਲ, ਸਾਡੇ ਬਜ਼ੁਰਗਾਂ ਦੇ ਨਾਲ ਬੀਤੇ ਹੈ, ਜਿਨ੍ਹਾਂ ਨੇ ਪਿੰਡੇ ਤੇ ਹੰਡਾਇਆ। ਅਸਲ ਵਿੱਚ ਜਦੋਂ 1947 ਵਿੱਚ ਪਾਰਟੀਸ਼ਨ ਹੋਈ ਪਾਕਿਸਤਾਨ ਅਤੇ ਭਾਰਤ ਦੀ, ਜਿੱਥੇ 100 ਦੇ ਪਿੱਛੇ 94 ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ, ਤੇ ਜਦੋਂ ਹੱਕਾਂ ਦੀ ਗੱਲ ਕੀਤੀ ਗਈ ਤੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਦੇ ਖਿਤਾਬ ਬਖਸ਼ੇ ਗਏ, ਇਹਨਾਂ ਨੂੰ ਹੱਕਾਂ ਤੋਂ ਵਾਂਝੇ ਰੱਖਿਆ ਗਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਦੋਂ ਅੰਗਰੇਜ਼ਾਂ ਨੇ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਤੇ ਸਾਡੇ ਸਿੱਖ ਆਗੂ ਸਰਦਾਰ ਬਲਦੇਵ ਸਿੰਘ ਵਰਗਿਆਂ ਨੂੰ ਕਿਹਾ ਕਿ ਅੱਜ ਤੁਹਾਡੇ ਕੋਲ ਵਕਤ ਹੈ, ਤੁਹਾਡੇ ਕੋਲ ਮੌਕਾ ਹੈ, ਜਿੱਥੇ ਇੱਕ ਭਾਰਤ ਦੇਸ਼ ਬਣਿਆ ਉੱਥੇ ਤੁਹਾਡਾ ਸਿੱਖ ਰਾਜ ਵੀ ਅੱਜ ਕਾਇਮ ਹੋ ਸਕਦਾ ਹੈ, ਤੁਸੀਂ ਵੀ ਆਪਦਾ ਰਾਜ ਲੈ ਸਕਦੇ ਹੋ, ਤੁਹਾਡੇ ਕੋਲ ਵਕਤ ਹੈ। ਪਰ ਨਹਿਰੂ ਵਰਗਿਆਂ ਦੀਆਂ ਚਾਲਾਂ ਵਿੱਚ ਆਏ ਹੋਏ ਬਲਦੇਵ ਸਿੰਘ ਆਪਣੇ ਬਿਜ਼ਨਸ ਨੂੰ ਸੰਭਾਲਦੇ ਹੋਏ ਇਹ ਸਾਰੀਆਂ ਚੀਜ਼ਾਂ ਨੂੰ ਠੋਕਰਾਂ ਮਾਰ ਦਿੱਤੀ, ਠੁਕਰਾ ਦਿੱਤਾ, ਤੇ ਅੱਜ ਉਹ ਸਿੱਖ ਕੌਮ ਜਿਹੜੀ ਆਪਣਾ ਸਿੱਖ ਰਾਜ ਲੈਣ ਵਾਸਤੇ ਅੱਜ ਵੀ ਮਸਕਤ ਕਰ ਰਹੀ ਹੈ। ਸਮਾਂ ਆਪਣੀ ਚਾਲੇ ਚੱਲਦਾ ਗਿਆ, ਅਖੀਰ ਉਸ ਸਮੇਂ ਦੇ ਦੌਰਾਨ ਜਦੋਂ ਦੇਸ਼ ਦੀ ਵੰਡ ਹੋਈ, ਉਸੇ ਹੀ ਸਾਲ ਦੇ ਵਿੱਚ 2 ਜੂਨ 1947 ਨੂੰ ਫਰੀਦਕੋਟ ਦੇ ਲਾਗੇ ਪਿੰਡ ਰੋਡੇ ਸਰਦਾਰ ਜੋਗਿੰਦਰ ਸਿੰਘ ਦੇ ਘਰ ਮਹਾਨ ਜਰਨੈਲ, ਮਹਾਨ ਯੋਧੇ ਦਾ ਜਨਮ ਹੋਇਆ, ਜਿਸ ਨੂੰ ਮਾਪਿਆਂ ਨੇ ਨਾਮ ਦਿੱਤਾ ਜਰਨੈਲ ਸਿੰਘ। ਤੇ ਇਸੇ ਨਗਰ ਦੇ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ, ਜਿਨ੍ਹਾਂ ਦਾ ਅਕਸਰ ਆਉਣਾ ਜਾਣਾ ਲੱਗਿਆ ਰਹਿੰਦਾ ਸੀ, ਤੇ ਸਰਦਾਰ ਜੋਗਿੰਦਰ ਸਿੰਘ ਦੇ ਪਰਿਵਾਰ ਨਾਲ ਡਾਢਾ ਪਿਆਰ ਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਦਾ, ਜਿਹੜੇ ਕਿ ਇਹਨਾਂ ਨੂੰ ਟਕਸਾਲ ਵਿੱਚ ਲੈ ਗਏ, ਜਿੱਥੇ ਜਾ ਕੇ ਇੱਕ ਵਿਦਿਆਰਥੀ ਦੇ ਰੂਪ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਨੇ ਗੁਰਮਤਿ ਦੀ ਵਿਦਿਆ ਨੂੰ ਪ੍ਰਾਪਤ ਕੀਤਾ, ਹਾਸਲ ਕੀਤਾ, ਔਰ ਛੋਟੀ ਜੀ ਉਮਰ ਦੇ ਵਿੱਚ ਇਸ ਮਹਾਨ ਜਰਨੈਲ ਦਾ ਨਾਂ ਚਮਕ ਜਾਣਾ, ਉਹਦੇ ਪਿੱਛੇ ਕੁਝ ਕਾਰਨ ਸੀ ਕਿ ਜਿਹੜੀ ਟਕਸਾਲ ਦਾ ਵਿਦਿਆਰਥੀ ਸੀ, ਆਪਣੀ ਤੀਖਣ ਬੁੱਧੀ ਦੇ ਕਰਕੇ ਇੱਕ ਦਿਨ ਉਸੇ ਟਕਸਾਲ ਦਾ ਇਹ ਮੁਖੀ ਵੀ ਬਣਿਆ। ਇਹ ਆਪਣੇ ਆਪ ਦੇ ਵਿੱਚ ਇੱਕ ਬਾ ਕਮਾਲ ਗੱਲ ਹੈ ਕਿ ਜਿਹੜੀ ਸੰਸਥਾ ਤੋਂ ਪੜ੍ਹਿਆ ਹੋਇਆ ਇੱਕ ਦਿਨ ਉਸੇ ਸੰਸਥਾ ਦਾ ਮੁਖੀ ਅਖਵਾਉਣਾ। ਇਧਰ ਦੂਜੇ ਪਾਸੇ 1978 ਦਾ ਵਕਤ ਆਇਆ, 1978 ਦਾ, ਤੇ ਤੁਸੀਂ ਅਕਸਰ ਨਿਰੰਕਾਰੀਆਂ ਦੇ ਬਾਰੇ ਸੁਣਿਆ ਹੋਣਾ ਹੈ। ਇਹ ਨਿਰੰਕਾਰੀ ਲਹਿਰ ਜਿਹੜੀ ਹੈ, ਇਹ 1783 ਦੇ ਵਿੱਚ ਸਰਦਾਰ ਦਿਆਲ ਸਿੰਘ ਹੋਏ ਨੇ ਰਾਵਲਪਿੰਡੀ ਪਾਕਿਸਤਾਨ ਤੋਂ, ਜਿਨ੍ਹਾਂ ਨੇ ਇਹਦੀ ਸ਼ੁਰੂਆਤ ਕੀਤੀ ਸੀ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਸਰਦਾਰ ਦਿਆਲ ਸਿੰਘ ਬੜੇ ਚੰਗੇ, ਸੂਝਵਾਨ, ਉੱਚੇ ਸੁੱਚੇ ਵਿਚਾਰਾਂ ਦੇ ਮਾਲਕ ਤੇ, ਜਿਨ੍ਹਾਂ ਨੇ ਰੱਜ ਕੇ ਸਿੱਖੀ ਦਾ ਪ੍ਰਚਾਰ ਕੀਤਾ ਦੂਰ ਦਰਾਡੇ ਜਾ ਕੇ। ਤੇ ਜਦੋਂ ਸਰਦਾਰ ਦਿਆਲ ਸਿੰਘ ਦੀ ਡੈਥ ਹੋਈ, ਉਸ ਤੋਂ ਬਾਅਦ ਸਰਦਾਰ ਦਰਬਾਰਾ ਸਿੰਘ, ਉਹਨਾਂ ਤੋਂ ਬਾਅਦ ਗੁਰਦਿੱਤ ਸਿੰਘ, ਇਉਂ ਇਹਨਾਂ ਦੀ ਅੱਗੇ ਜਿਹੜੀ ਗੱਦੀ ਜਿਹੜੀ ਉਹ ਚੱਲਦੀ ਗਈ।
ਤੇ ਇਸੇ ਸੰਸਥਾ ਦੇ ਵਿੱਚ ਇੱਕ ਦਿਨ ਅਵਤਾਰ ਸਿੰਘ ਮੁਖੀ ਬਣਿਆ। ਹੁਣ ਜਦੋਂ ਅਵਤਾਰ ਸਿੰਘ ਮੁਖੀ ਬਣਿਆ ਤੇ ਇਹ ਅਵਤਾਰ ਸਿੰਘ ਆਪਣੇ ਪੁਰਖਿਆਂ ਦੇ ਪੈਂਡਿਆਂ ਤੋਂ ਦੂਰ ਚਲਾ ਗਿਆ, ਉਹਨਾਂ ਦੇ ਮਾਰਗ ਤੋਂ ਦੂਰ ਚਲਾ ਗਿਆ। ਇਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਵਿਰੁੱਧ ਬੋਲਣ ਲੱਗਾ। ਇੱਥੇ ਬਸ ਵੀ ਇਹ ਅਵਤਾਰ ਸਿੰਘ ਜਿਸ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਸ਼ਿਸ਼ ਕੀਤੀ, ਇੱਕ ਅਵਤਾਰ ਬਾਣੀ ਨਾਮ ਦਾ ਗ੍ਰੰਥ ਰਚਿਆ। ਸਿੱਖ ਆਖਦੇ ਸਾਨੂੰ ਕੋਈ ਦਿੱਕਤ ਨਹੀਂ ਹੈ, ਕੋਈ ਕੁਛ ਲਿਖੇ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ, ਹਰ ਇੱਕ ਨੂੰ ਹੱਕ ਹੈ। ਪਰ ਇਹ ਰੋਹ ਉਦੋਂ ਪੈਦਾ ਹੋਇਆ ਜਦੋਂ ਇਸ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਰਖਲਾਫ ਲਿਖਣਾ ਸ਼ੁਰੂ ਕੀਤਾ, ਗੁਰੂ ਗ੍ਰੰਥ ਸਾਹਿਬ ਦੇ ਬਰਖਲਾਫ ਲਿਖਣਾ ਸ਼ੁਰੂ ਕੀਤਾ। ਇਹਨੇ ਆਪਣੀਆਂ ਲਿਖਤਾਂ ਵਿੱਚ ਇੱਥੋਂ ਤੱਕ ਵੀ ਲਿਖਿਆ, ਕਹਿੰਦਾ ਜਿੰਨੇ ਵੀ ਹੋ ਗੁਜਰੇ ਅੱਜ ਤੱਕ ਆਪਾ ਨਾ ਪਾ ਸਕੇ, ਰਾਮ ਕ੍ਰਿਸ਼ਨ ਤੇ ਨਾਨਕ ਵਰਗੇ ਖੁਦ ਨਾ ਪਰਦੇ ਲਾ ਸਕੇ। ਜਦੋਂ ਇਦਾਂ ਦੀਆਂ ਲਿਖਤਾਂ ਲਿਖੀਆਂ ਤੇ ਕੁਦਰਤੀ ਤੌਰ ਤੇ ਉਹਦਾ ਜਿਹੜਾ ਰੋਸ ਹੈ, ਵਿਰੋਧ ਹੈ, ਉਹ ਹੋਣਾ ਆਰੰਭ ਹੋਇਆ। ਤੇ ਸੰਤ ਗਿਆਨੀ ਕਰਤਾਰ ਸਿੰਘ ਭਿੰਡਰਾਂ ਵਾਲੇ ਨੇ ਇਸ ਗੱਲ ਨੂੰ ਬੜਾ ਸੀਰੀਅਸ ਲਿਆ ਤੇ ਇਹਦਾ ਵਿਰੋਧ ਹੋਇਆ। ਇੱਥੇ ਬਸ ਨਹੀਂ, ਖੈਰ ਇਸ ਤੋਂ ਬਾਅਦ ਜਦੋਂ ਇਹਨਾਂ ਨੂੰ ਸਰਕਾਰੀ ਥਾਪੜਾ ਮਿਲਣਾ ਸ਼ੁਰੂ ਹੋਇਆ ਤੇ ਇਸੇ ਅਵਤਾਰ ਸਿੰਘ ਦਾ ਪੁੱਤਰ ਗਾ ਗੁਰਬਚਨ ਸਿੰਘ ਇਸ ਗੱਦੀ ਤੇ ਬੈਠਾ ਨਿਰੰਕਾਰੀ ਲਹਿਰ ਨੂੰ ਚਲਾਉਂਦਾ ਹੋਇਆ ਗੁਰਬਚਨ ਸਿੰਘ, ਇਹ ਗੁਰਬਚਨ ਸਿੰਘ ਨੂੰ ਸਰਕਾਰੀ ਥਾਪੜਾ ਅਵਤਾਰ ਸਿੰਘ ਤੋਂ ਵੀ ਵੱਧ ਮਿਲਿਆ। ਸਰਕਾਰ ਦੀ ਸ਼ਹਿ ਮਿਲੀ ਤੇ ਸਰਕਾਰ ਦੀ ਸ਼ਹਿ ਨੇ ਗੁਰਬਚਨ ਸਿੰਘ ਨਿਰੰਕਾਰੀਏ ਦੀ ਪੰਜਾਬ ਦੀ ਧਰਤੀ ਦੇ ਵਿੱਚ ਨੀਅਰ ਅਬਾਊਟ 1978 ਦੇ ਕਰੀਬ ਸਮਾਗਮ ਜਿਹੜੇ ਕਰਵਾਉਣੇ ਸ਼ੁਰੂ ਕਰ ਦਿੱਤੇ ਪੰਜਾਬ ਦੀ ਧਰਤੀ ਤੇ, ਗੁਰੂਆਂ ਦੀ ਧਰਤੀ ਤੇ। ਸਿੱਖ ਕਹਿਣ ਲੱਗੇ ਕੋਈ ਵੀ ਸਮਾਗਮ ਕਰੇ, ਸਾਨੂੰ ਉਹਦੇ ਵਿੱਚ ਕੋਈ ਗੁੱਸਾ ਗਿਲਾ ਨਹੀਂ, ਹਰ ਇੱਕ ਨੂੰ ਹੱਕ ਆਪਣੀ ਗੱਲ ਆਖਣ ਦਾ। ਪਰ ਇਸ ਨੇ ਗੱਲ ਵੀ ਕਿਵੇਂ ਆਖੀ, ਜਿੱਥੇ ਵੀ ਸਮਾਗਮ ਹੋਣੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਸਿੱਖ ਧਰਮ ਦੇ ਖਿਲਾਫ ਇਸ ਨੇ ਆਪਣੇ ਪ੍ਰਚਾਰ ਵਿੱਚ ਬੋਲਣਾ। ਇੱਥੇ ਬਸ ਨਹੀਂ, ਗੁਰਬਚਨ ਸਿੰਘ ਆਪਣੀ ਘਰਵਾਲੀ ਦਾ ਜਨਮ ਦਿਨ ਮਨਾਉਂਦਾ ਹੈ ਤੇ ਵੱਡਾ ਕੰਡਾ ਲੈ ਕੇ ਇੱਕ ਪਾਸੇ ਕੰਡੇ ਵਿੱਚ ਘਰਵਾਲੀ ਨੂੰ ਬਿਠਾਉਂਦਾ ਹੈ ਤੇ ਦੂਜੇ ਪਾਸੇ ਸਿੱਕਿਆਂ ਦੇ ਨਾਲ, ਪੈਸਿਆਂ ਦੇ ਨਾਲ ਘਰਵਾਲੀ ਨੂੰ ਤੋੜਦਾ ਹੈ। ਸਿੱਖ ਆਖਣ ਲੱਗੇ ਸਾਨੂੰ ਇਹਦੇ ਤੇ ਕੋਈ ਗਿਲਾ ਸ਼ਿਕਵਾ ਨਹੀਂ, ਕੋਈ ਜਿੱਦਾਂ ਮਰਜ਼ੀ ਮਨਾਵੇ, ਪਰ ਗਿਲਾ ਸ਼ਿਕਵਾ ਰੋਹ ਕਦੋਂ ਹੋਇਆ ਜਦੋਂ ਤੱਕੜੀ ਦੇ ਕੰਡੇ ਦੇ ਉੱਪਰ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਗਈਆਂ, ਆਪੇ ਕੰਡਾ ਤੋੜ ਤਰਾਜੀ ਪ੍ਰਭ ਆਪੇ ਤੋੜ ਤੁਲਾਇਆ। ਜਦੋਂ ਆਹ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਗਈਆਂ ਤਾਂ ਸਿੱਖਾਂ ਵਿੱਚ ਹਕੀਕਤ ਹੈ ਕਿ ਇਹਦਾ ਰੋਹ ਜਿਹੜਾ ਹੋਰ ਵੀ ਵਧਣਾ ਸੀ। ਇੱਥੇ ਬਸ ਨਹੀਂ, 13 ਅਪ੍ਰੈਲ 1978 ਵਿਸਾਖੀ ਵਾਲਾ ਦਿਨ ਇਹਦੇ ਜਲੂਸ ਅੰਮ੍ਰਿਤਸਰ ਦੇ ਵਿੱਚ ਕੱਢੇ ਗਏ, ਇਹਦੀਆਂ ਫੇਰੀਆਂ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਕੱਢੀਆਂ ਗਈਆਂ ਸਰਕਾਰ ਦੀ ਸ਼ਹਿ ਤੇ। ਅਖੀਰ ਬਾਬਾ ਜਰਨੈਲ ਸਿੰਘ ਜਿਹੜੇ ਟਕਸਾਲ ਦੇ ਮੁਖੀ ਬਣੇ ਸੀ, ਉਹਨਾਂ ਨੇ ਅਖੰਡ ਕੀਰਤਨੀ ਦੇ ਮੁਖੀ ਉਸ ਵੇਲੇ ਸਰਦਾਰ ਫੌਜਾ ਸਿੰਘ ਤੇ ਕੁਝ ਸਿੱਖਾਂ ਨੂੰ ਗੁਰਬਚਨ ਸਿੰਘ ਨਿਰੰਕਾਰੀ ਦੇ ਕੋਲ ਗੱਲਬਾਤ ਕਰਨ ਵਾਸਤੇ ਭੇਜਿਆ। ਉਹ ਆਏ ਨੇ, ਆ ਕੇ ਗੱਲਬਾਤ ਕਰਨੀ ਚਾਹੀ ਕਿ ਇਹ ਜੋ ਕੁਝ ਤੁਸੀਂ ਕਰ ਰਹੇ ਹੋ ਇਹ ਸਹੀ ਨਹੀਂ, ਇਹਦੇ ਨਤੀਜੇ ਜਿਹੜੇ ਮਾੜੇ ਨਿਕਲ ਸਕਦੇ ਹੈ। ਅਜੇ ਉਹ ਗੱਲਬਾਤ ਕਰਨ ਆਏ ਨੇ ਤੇ ਅੱਗੋਂ ਗੁਰਬਚਨ ਨਿਰੰਕਾਰੀਏ ਇਹਦੇ ਬੰਦਿਆਂ ਨੇ ਬੰਦੂਕਾਂ ਦੇ ਨਾਲ ਇਹਨਾਂ ਦੇ ਉੱਪਰ ਫਾਇਰ ਕੀਤੇ ਤੇ ਉਸ ਵੇਲੇ 13 ਸਿੱਖ ਜਿਹੜੇ ਵਿਸਾਖੀ ਵਾਲੇ ਦਿਨ 1978 ਦੇ ਵਿੱਚ ਸ੍ਰੀ ਅੰਮ੍ਰਿਤਸਰ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਕੇ ਸ਼ਹੀਦ ਹੋ ਗਏ। ਜਦੋਂ ਉਹ ਸ਼ਹੀਦ ਹੋਏ ਤੇ ਇਹ ਰੋਹ ਨੇ, ਵਿਦਰੋਹ ਨੇ ਹੋਰ ਵੀ ਲਹਿਰ, ਇਹਦੀ ਜਿਹੜੀ ਰਫ਼ਤਾਰ ਉਹ ਤੇਜ਼ ਹੋਈ। ਇਹਨੂੰ ਸਮਝਾਉਣ ਦੇ ਯਤਨ ਕੀਤੇ ਗੁਰਬਚਨ ਸਿੰਘ ਨੂੰ, ਗੁਰਬਚਨ ਨਿਰੰਕਾਰੀਏ ਨੂੰ, ਪਰ ਜਿਸ ਵੇਲੇ ਨਾ ਸਮਝਿਆ ਉਸ ਤੋਂ ਕੁਝ ਸਾਲ ਬਾਅਦ FIR ਦਰਜ ਹੋਈ, ਕੇਸ ਚੱਲੇ। ਅਖੀਰ ਜੱਜ ਦਾ ਨਾਮ ਹੈ ਗੁਪਤਾ, ਸਰਕਾਰੀ ਸ਼ਹਿ ਮਿਲੀ ਹੋਈ ਸੀ ਜਿਸ ਗੁਰਬਚਨੇ ਨੂੰ
ਅਖੀਰ ਉਹ ਕੇਸ ਦੇ ਵਿੱਚੋਂ ਵੀ ਗੁਰਬਚਨੇ ਨੂੰ ਬਰੀ ਕਰ ਦਿੱਤਾ। ਜਦੋਂ ਕੇਸ ਦੇ ਵਿੱਚੋਂ ਇਹ ਗੁਰਬਚਨਾ ਨਿਰੰਕਾਰੀਆ ਜਿਸ ਵੇਲੇ ਬਰੀ ਹੋਇਆ ਤੇ ਉਸ ਤੋਂ ਬਾਅਦ ਕਰਨਾਲ ਦੇ ਵਿੱਚ ਸਰਦਾਰ ਸਿੱਖ ਆਗੂ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਦੇ ਰਣਜੀਤ ਸਿੰਘ ਤੇ ਨਾਲ ਇੱਕ ਅਤੇ ਹੋਰ ਸਿੱਖ ਜਿਹੜੇ ਕਾਰਪੇਂਟਰ ਦੇ ਬਹਾਨੇ ਇਹਦੇ ਘਰ ਵਿੱਚ ਦਾਖਲ ਹੋਏ ਤੇ ਡੇਰੇ ਵਿੱਚ ਦਾਖਲ ਹੋਏ, ਅੰਦਰ ਜਾ ਕੇ ਕਾਰਪੇਂਟ ਦਾ ਕੰਮ ਕਰਦੇ ਨੇ। ਰੋਜ਼ ਇਹਨਾਂ ਦੀ ਤਲਾਸ਼ੀ ਹੁੰਦੀ ਹੈ ਕਿਉਂਕਿ ਉਸ ਵੇਲੇ ਇੱਕ ਰੋਸ ਲਹਿਰ ਇਹੋ ਜਿਹੀ ਚੱਲੀ ਹੋਈ ਸੀ ਗੁਰਬਚਨੇ ਨਿਰੰਕਾਰੀਏ ਦੇ ਕੰਮਾਂ ਕਰਕੇ। ਇਹਨਾਂ ਖਤਰਾ ਸੀ, ਡਰ ਸੀ, ਭਾਵੇਂ ਕਿ ਜੈਡ ਸਿਕਿਉਰਿਟੀ ਮਿਲੀ ਹੋਈ ਸੀ ਗੁਰਬਚਨੇ ਨੂੰ। ਰੋਜ਼ ਇਹਨਾਂ ਸਿੱਖਾਂ ਦੀ ਤਲਾਸ਼ੀ ਹੋਣੀ, ਜਦੋਂ ਅੰਦਰ ਜਾਣਾ ਰੋਜ਼ ਤਲਾਸ਼ੀ ਕਰਦੇ ਨੇ ਜਿਹੜੇ ਇਹਦੇ ਵਫਾਦਾਰ ਨੇ, ਇਹਦੇ ਪਹਿਰੇਦਾਰ ਨੇ। ਪਰ ਇੱਕ ਦਿਨ ਇਹੋ ਜਿਹਾ ਸਮਾਂ ਆਇਆ ਜਦੋਂ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਵੀ ਇਹ ਅੰਦਰ ਕੰਮ ਕਰਦੇ ਨੇ, ਕਾਰਪੇਂਟਰ ਦਾ ਕੰਮ ਕਰਦੇ ਨੇ, ਰੋਜ਼ ਇਹਨਾਂ ਦੀ ਤਲਾਸ਼ੀ ਕਰਨੀ, ਇਹਨਾਂ ਦੇ ਕੋਲ ਕੁਝ ਹੁੰਦਾ ਨਹੀਂ। ਅਖੀਰ ਉਹਨਾਂ ਦੀ ਤਲਾਸ਼ੀ ਲਏ ਬਿਨਾਂ ਉਹਨਾਂ ਨੂੰ ਅੰਦਰ ਜਾਣ ਦਿੰਦੇ। ਤੇ ਇਹ ਗੁਰੂ ਕੇ ਮਰ ਜੀਵੜੇ ਸਿੱਖ ਕੀ ਕਰਦੇ ਨੇ, ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ ਕਿ ਬੰਦੂਕ ਦੇ ਅਲੱਗ-ਅਲੱਗ ਪਾਰਟ ਕਰਕੇ ਅੱਜ ਇੱਕ ਪਾਰਟ ਬੰਦੂਕ ਦਾ ਅੰਦਰ ਲੈ ਕੇ, ਕੱਲ ਦੂਜਾ ਪਾਰਟ ਬੰਦੂਕ ਦਾ ਅੰਦਰ ਲੈ ਕੇ, ਕੱਲ ਤੀਜਾ ਪਾਰਟ ਬੰਦੂਕ ਦਾ ਅੰਦਰ ਲੈ ਕੇ, ਜਦੋਂ ਸਾਰੇ ਪਾਰਟ ਬੰਦੂਕ ਦੇ ਅੰਦਰ ਲੈ ਗਏ ਤਾਂ ਇੱਕ ਦਿਨ ਅੰਦਰ ਜਾ ਕੇ ਉਹਨੂੰ ਸਿੰਬਲ ਕਰਕੇ ਜਿਸ ਵੇਲੇ ਗੁਰਬਚਨਾ ਨਿਰੰਕਾਰੀਆ ਆ ਰਿਹਾ ਆਪਣੇ ਸਮਾਗਮ ਤੋਂ, ਤਾਂ ਉਸ ਵੇਲੇ ਇਹ ਗੁਰੂ ਕੇ ਸਿੱਖ ਜਿਹੜੇ ਪਹਿਲਾਂ ਹੀ ਤਿਆਰੀ ਵਿੱਚ ਬੈਠੇ ਸਨ, ਇਹਨਾਂ ਗੁਰੂ ਕੇ ਸਿੱਖਾਂ ਨੇ ਉਸ ਵੇਲੇ 1980 24 ਅਪ੍ਰੈਲ ਦੇ ਵਿੱਚ ਜਦੋਂ ਗੁਰਬਚਨਾ ਨਿਰੰਕਾਰੀਆ ਆਪਣੀ ਗੱਡੀ ਤੋਂ ਬਾਹਰ ਨਿਕਲਿਆ, ਜਿੰਨੀਆਂ ਗੋਲੀਆਂ ਸੀ ਗੁਰਬਚਨੇ ਨਿਰੰਕਾਰੀ ਦੀ ਛਾਤੀ ਵਿੱਚ ਭੁੰਨ ਦਿੱਤੀਆਂ ਤੇ ਇਹਨੂੰ ਮੌਤ ਦੇ ਮੂੰਹ ਸੁਆ ਦਿੱਤਾ। ਜਿਸ ਗੁਰਬਚਨੇ ਨਿਰੰਕਾਰੀਏ ਨੇ ਗੁਰੂ ਨਾਨਕ ਸਾਹਿਬ ਜੀ ਦੇ ਖਿਲਾਫ ਬੋਲਿਆ, ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਤ ਬੋਲਿਆ, ਉਸ ਤੋਂ ਬਾਅਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਉਹ ਆਗੂ ਲੋਕਾਂ ਦਾ ਇੰਨਾ ਹਰਮਨ ਪਿਆਰਾ ਹੋ ਚੁੱਕਾ ਸੀ। ਉਹਦੇ ਪਿੱਛੇ ਕੁਝ ਕਾਰਨ ਹੈ। ਛੋਟੀ ਜੀ ਉਮਰ ਦੇ ਵਿੱਚ 1947 ਵਿੱਚ ਜਨਮ ਹੋਇਆ ਤੇ 1984 ਵਿੱਚ ਜਿਹੜਾ ਸ਼ਹੀਦੀ ਦਾ ਜਾਮ ਪੀਂਦਾ, 37 ਸਾਲਾਂ ਦੀ ਉਮਰ ਵਿੱਚ ਐਡੇ ਵੱਡੇ ਕਾਰਨਾਮੇ ਕਰਦੇ ਨੇ, ਉਹ ਵੀ ਮਨੁੱਖਤਾ ਦੀ ਖਾਤਰ। ਇੱਕ ਕਿਤਾਬ ਹੈ ਜਿਹਦਾ ਨਾਮ ਹੈ ਬਲੂ ਸਟਾਰ, ਉਹਦੀ ਰੀਅਲ ਸਟੋਰੀ ਇਹ ਲਿਖੀ ਹੈ ਜਿਹੜਾ ਕੁਲਦੀਪ ਬਰਾੜ ਹੈ, ਉਸ ਵੇਲੇ ਜਿਹੜਾ ਜਨਰਲ ਹੈ ਫੌਜ ਦਾ ਮੁਖੀ ਹੈ, ਜਿਹਨੇ ਸਾਰਾ ਇਹ ਆਪਰੇਸ਼ਨ ਕੀਤਾ ਸ਼੍ਰੀ ਅਕਾਲ ਤਖਤ ਦੇ ਉੱਪਰ, ਜਿਸ ਦੀ ਕਮਾਂਡ ਹੇਠ ਲਗਭਗ 2 ਲੱਖ ਫੌਜੀ ਜਿਹਦੇ ਅੰਦਰ ਕੰਮ ਕਰਦੇ ਸੀ। ਤਾਂ ਉਹਨੇ ਰੀਅਲ ਸਟੋਰੀ ਲਿਖੀ ਹੈ। ਉਹਨੇ ਚੰਗੀਆਂ ਗੱਲਾਂ ਵੀ ਲਿਖੀਆਂ ਨੇ ਜੋ ਉਹਨੇ ਅੱਖੀਂ ਦੇਖਿਆ। ਜਿਹੜੇ ਸਰਕਾਰੀ ਦਰਬਾਰੇ ਲੋਕਾਂ ਨੂੰ 6-6 ਮਹੀਨੇ, ਸਾਲ ਮਹੀਨੇ, ਕਈ ਸਾਲ ਵੀ ਗੁਜ਼ਰ ਜਾਂਦੇ, ਨਿਆਂ ਨਹੀਂ ਸੀ ਮਿਲਦੇ, ਕੋਰਟਾਂ ਦੇ ਵਿੱਚ ਧੱਕੇ ਖਾਣੇ ਪੈਂਦੇ ਸੀ ਅਦਾਲਤਾਂ ਦੇ। ਉਹ ਜਦੋਂ ਗਿਆਨੀ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕੋਲ ਆ ਕੇ ਆਪਣੀ ਫਰਿਆਦ ਕਰਦੇ ਸੀ, ਝੱਟ ਉਸੇ ਵੇਲੇ ਪਰਿਵਾਰਾਂ ਨੂੰ ਬੁਲਾ ਕੇ ਤੇ ਉਹਨਾਂ ਨੂੰ ਨਿਆਂ ਦਿੰਦਾ ਸੀ। ਲੋਕਾਂ ਦਾ ਹਰਮਨ ਪਿਆਰਾ ਹੋਇਆ ਇਹ ਸਿੱਖ ਆਗੂ, ਉਹਨਾਂ ਨੂੰ ਨਿਆਂ ਦੇਣਾ। ਫਿਰ ਦਾਜ ਤੇ ਪਾਬੰਦੀ ਲਾ ਦਿੱਤੀ ਵੀ ਕੋਈ ਵੀ ਮਾਪੇ ਆਪਣੀ ਧੀ ਨੂੰ ਵਿਆਹ ਵਿੱਚ ਦਾਜ ਨਹੀਂ ਦੇਣਗੇ ਤੇ ਕੋਈ ਵੀ ਲੜਕੇ ਦੇ ਮਾਪੇ ਵਿਆਹ ਵਿੱਚ ਦਾਜ ਨਹੀਂ ਮੰਗਣਗੇ। ਐਡਾ ਸੁਖੈਨ ਪੰਜਾਬ ਦੇ ਵਿੱਚ ਇਹ ਰਾਜ ਕਾਇਮ ਕੀਤਾ ਸਿੱਖ ਆਗੂ ਨੇ। ਤੇ ਹਕੀਕਤ ਹੈ ਅਜਿਹਾ ਨੇਤਾ ਜਿਹੜਾ ਸਿੱਖ ਆਗੂ ਉਹ ਸਰਕਾਰ ਦੀਆਂ ਅੱਖਾਂ ਵਿੱਚ ਜ਼ਰੂਰ ਰਗੜੇਗਾ, ਰੜਕੇਗਾ ਸਰਕਾਰ ਦੀਆਂ ਅੱਖਾਂ ਦੇ ਵਿੱਚ। ਤੇ ਅਜਿਹਾ ਹੋਇਆ ਬਾਬਾ ਜਰਨੈਲ ਸਿੰਘ ਜਿਸ ਵੇਲੇ ਅਕਾਲ ਤਖਤ ਤੇ ਆਪਦੇ ਸਿੱਖਾਂ ਦੇ ਨਾਲ ਬੈਠੇ ਨੇ, ਸਰਕਾਰ ਦੇ ਨਾਲ ਵਿਚਾਰਾਂ ਹੋਈਆਂ, ਬੜਾ ਕੁਝ ਹੋਇਆ, ਪਰ ਜਿਹੜੀਆਂ ਮੰਗਾਂ ਬਾਬਾ ਜਰਨੈਲ ਸਿੰਘ ਨੇ ਮੰਨੀਆਂ, ਜਿਸ ਨੂੰ ਅਨੰਦਪੁਰ ਸਾਹਿਬ ਦਾ ਮਤੇ ਦੇ ਨਾਮ ਨਾਲ ਉਹਨਾਂ ਮੰਗਾਂ ਨੂੰ ਪੁਕਾਰਿਆ ਜਾਂਦਾ ਹੈ, ਉਹਨਾਂ ਮੰਗਾਂ ਵਿੱਚ ਸੀਗੀਆਂ ਮੰਗਾਂ ਕਿ ਜਿਹੜਾ ਪੰਜਾਬ ਦਾ ਪਾਣੀ ਹੈ, ਪੰਜਾਬ ਦੇ ਲੋਕਾਂ ਦਾ ਉਹਦੇ ਤੇ ਅਧਿਕਾਰ ਹੋਵੇ, ਹੱਕ ਹੋਵੇ, ਪੰਜਾਬ ਦੇ ਲੋਕਾਂ ਨੂੰ ਲੰਘਦੇ ਹੋਏ ਪੰਜਾਬ ਦੇ ਵਿੱਚੋਂ ਪਾਣੀ ਦੀ ਕੀਮਤ ਮਿਲੇ।
पंजाब के किसानों की फसल का मुल सेंटर गवर्नमेंट तय नहीं करेगी, पंजाब गवर्नमेंट तय करे तो सही कीमत जी पंजाब के किसानों को मिले। 1947 में जेडे सिखा ने शहीदियां पाइया उन्होंने परिवारों को मुआवजा मिले इत्यादि कई अनेक होर मंगां सन जिहड़ियां बाबा जरनैल सिंह ने लोगों के हक में मंगियां। ते तुसीं हैरान होवोगे, वो कुलदीप बराड़ लिखता है, वो कहता सिखो तुहाडा ये सिख आगू जिन्हों किसी तरह का कोई लालच नहीं सी, सरकार ने इत्थों तक ऑफर दे दिते, कहन लगे $2 लाख जिहड़ा है वो तुहाडे अकाउंट विच अज असीं जमा करवा दिंदे आ। तुसीं यूरोप की जिहड़ी मर्जी कंट्री चूज कर लवो, तुहानूं उत्थों दा सिटीजन असीं लैके दिंदे आ। तीसरा ऑफर दिता सेंसर ला के तुहानूं पंजाब दा असीं मुख मंत्री बना दिंदे आ, पर तुसीं अपनियां मंगां छड्ड देवो। पर ये सिख आगू कहन लगा नहीं, मरनी मर जावांगा, अपनियां मंगां नहीं छड्डांगा। ये सारियां चीज़ां सारे ऑफर गवर्नमेंट ने ठुकरा दिते। KS बराड़ लिखदा बंदे ने ₹1 भी अपने घर के उत्ते नहीं खर्च किया। एडा दर्द सी कौम का अपने घर लैण वास्ते, आज़ादी लैण वास्ते, ये सिख आगू के अंदर एडा दर्द सी। खैर यही दर्द सरकार दीयां अखां विच रड़किया। इहदे नाल जिथे ये मंगा सी उत्थे एक मंग होर सी, कहन लगे जिवें हिंदू धर्म दे विच उन्हां दे अनेकां तीर्थ ने जिन्हां नूं पवित्र शहर के दर्जे दिते हुए ने, पवित्र शहर के दर्जे दिते हुए ने। साडी मंग है कि सिखां दा भी एक अमृतसर, जिवें मुसलमान वीरां वास्ते मक्का काबा है, ते सिखां वास्ते हरमंदर साहिब किसी मक्के काबे तो घट नहीं है। इस अमृतसर शहर नूं पवित्र शहर का दर्जा दिता जाए। अमृतसर शहर नूं पवित्र शहर का दर्जा ते सरकार ने की देना सी, उल्टा इसते अमृतसर शहर दे विच ये नारे पढ़े गए। नारे की पढ़े गए? ऊड़ा ऐड़ा नहीं पढ़ेंगे, जूड़ी जूड़ा काट धरेंगे। ये नारे अमृतसर शहर दे विच पढ़े गए। जिस अमृतसर शहर में पवित्र दर्जे की मांग की बाबा जरनैल सिंह ने, उत्थे ये 3 नारे बड़ी उच्ची आवाज में पढ़े गए। ऊड़ा ऐड़ा नहीं पढ़ेंगे, जूड़ी जूड़ा काट धरेंगे, सिगरेट बीड़ी पिएंगे, शान से जिएंगे, कच्छ कड़ा कृपाण इनको भेजो पाकिस्तान। और नारे जदों सिख कौम के उल्ट पढ़े गए, बाबा जरनैल सिंह का हिरदा बलुंदरा गया। ओए सज्जनों, तुहाडे खातर असीं 1947 विच आपदे घर घाट साडे बजुर्गां ने छड्डे, उजड़ के उत्थों आए। जे असीं पाकिस्तान जाना हुंदा ते उदों ही उत्थे चले जाते। तुसीं अज सानूं कहंदे हो कच्छ कड़ा कृपाण इनको भेजो पाकिस्तान। अखीर जदों सरकार इन्हां मंगां ते सहमत ना हुई ते उल्टा बाबा जरनैल सिंह नूं मारन दीयां स्कीमां घड़ियां गईयां। एक बेनती करा, अज कई बारी बहुत साडे विचों सज्जन किते गल कह दिंदे ने भी अज 37 साल हो गए ने, उस चीज़ नूं भुल जावो, उस साके नूं भुल जावो। कदे सोचियो किन्नियां सदियां हो गईयां, कोई रावण नूं भुलिया, कोई कंस नूं भुलिया? असीं भुल जावांगे। वो मां किवें भुलेगी, वो पत्नी किवें भुलेगी जिहड़ी उस दिन दरबार साहब मत्था टेकन गई अपने पति दे नाल, पर पति नूं उत्थों जंग विचों वापस नहीं लिया सकी। वो मां किवें भुलेगी जिहड़ी मां दा दुध चुगदा बच्चा हत्थां विचों पटका के फौज ने फर्श ते मारिया, एक साह भी नहीं लैण दित्ता। वो मां अज तक किवें भुलेगी? वो बाप किवें भुलेगा जिन्हें आपदा जवान पुੱਤ उत्थे गवाया होवे? दुनिया आखदी तुसीं इस साके नूं भुल जाओ। इत्थे रावण दीयां सदियां होईयां लोग अज नहीं भुले, ते अजे तां सारा 37 ईयर होए ने 1984 तो अज तक। रहो विचार
ਇਹਨੂੰ ਹਿੰਦੁਸਤਾਨ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਕਿਹਾ ਜਾਵੇਗਾ। ਜੇ ਤੁਹਾਡੀਆਂ ਅੱਖਾਂ ਵਿੱਚ ਰੜਕਦਾ ਸੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ, ਜੇ ਤੁਹਾਨੂੰ 1% ਲੱਗਦਾ ਸੀ ਕਿ ਉਹ ਅੱਤਵਾਦੀ ਹੈ, ਤੁਹਾਡੀਆਂ ਨਜ਼ਰਾਂ ਵਿੱਚ ਹੋ ਸਕਦਾ ਗਲਤ ਹੋਵੇ, ਪਰ ਮੈਂ ਉਦਾਹਰਨ ਦੇਣਾ, 2 ਬੰਦਿਆਂ ਨੇ ਕਿਸੇ ਜਹਾਜ਼ ਨੂੰ ਅਗਵਾ ਕੀਤਾ ਹੋਵੇ ਤੇ ਕਦੇ ਕਿਸੇ ਵੀ ਦੇਸ਼ ਦੀ ਸਰਕਾਰ ਨੇ ਉਹ ਜਹਾਜ਼ ਨੂੰ ਛਡਾਉਣ ਵਾਸਤੇ ਇਹ ਨਹੀਂ ਕਿਹਾ ਹੋਵੇਗਾ ਕਿ ਜਿੰਨੇ ਜੱਟ ਨੂੰ ਅੰਦਰ ਬੈਠੇ ਨੇ ਇਹਨਾਂ ਨੂੰ ਵੀ ਨਾਲ ਮਾਰ ਦਿਓ। ਨਹੀਂ, ਆਪਰੇਸ਼ਨ ਚਲਾਏ ਜਾਂਦੇ ਨੇ, ਦੇਸ਼ ਦੀਆਂ ਸਰਕਾਰਾਂ ਆਪਰੇਸ਼ਨ ਚਲਾਉਂਦੀਆਂ ਨੇ, ਪਰ ਜਿਹੜਾ ਹਿੰਦੁਸਤਾਨ ਦੀ ਭਾਰਤ ਦੀ ਸਰਕਾਰ ਨੇ ਕੀਤਾ ਸਭ ਤੋਂ ਵੱਡੀ ਨਲਾਇਕੀ ਸੀ। ਜੇ ਤੁਹਾਡੀਆਂ ਨਜ਼ਰਾਂ ਵਿੱਚ ਬਾਬਾ ਜਰਨੈਲ ਸਿੰਘ ਗਲਤ ਸੀ, ਤੁਹਾਡੀਆਂ ਨਜ਼ਰਾਂ ਵਿੱਚ ਗਲਤ ਸੀ, ਤੇ ਤੁਸੀਂ ਬਾਬਾ ਜਰਨੈਲ ਸਿੰਘ ਨੂੰ ਪਕੜਨ ਵਾਸਤੇ ਕੀ ਇੰਨੀਆਂ ਸਿੱਖ ਸੰਗਤਾਂ ਦਾ ਕਤਲੋ ਗਾਰਤ ਕਰਨੀ ਸੀ? ਤਾਂ ਫਿਰ ਜਿਹੜੇ 35-36 ਹੋਰ ਗੁਰਦੁਆਰਿਆਂ ਤੇ ਤੁਸੀਂ ਹਮਲੇ ਬੋਲੇ, ਬਿਲਡਿੰਗਾਂ ਢਾਈਆਂ, ਕਤਲੋ ਗਾਰਤ ਕੀਤੀ, ਕਿ ਉੱਥੇ ਵੀ ਬਾਬਾ ਜਰਨੈਲ ਸਿੰਘ ਬੈਠਾ ਸੀ? ਬਾਬਾ ਜਰਨੈਲ ਸਿੰਘ ਦੇ ਅਕਾਲ ਤਖਤ ਤੇ ਆਪਣੇ ਸਿੱਖ ਸੰਗਤਾਂ ਦੇ ਨਾਲ ਬੈਠਾ ਸੀ। ਫਿਰ ਦਿਨ ਵੀ ਭਾਰਤ ਦੀ ਸਰਕਾਰ ਨੇ ਉਹ ਚੂਜ਼ ਕੀਤਾ। ਉਸ ਵੇਲੇ 1984 ਦੇ ਵਿੱਚ 3 ਜੂਨ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀ। ਜਿਹੜੇ ਦਿਨ ਤੇ ਸਿੱਖ ਸੰਗਤਾਂ ਉਸ ਵੇਲੇ, ਅੱਜ ਦਾ ਇੰਨਾ ਸੋਸ਼ਲ ਮੀਡੀਆ ਨਹੀਂ ਸੀ, ਔਰ ਵੈਸੇ ਵੀ ਜਿੰਨਾ ਕੋ ਮੀਡੀਆ ਹੈ ਸੀ, ਉਹ ਭਾਰਤ ਦੀ ਫੌਜ ਨੇ ਪਹਿਲਾਂ ਹੀ ਅੰਮ੍ਰਿਤਸਰ ਦੇ ਵਿੱਚੋਂ ਉਹ ਜਿਹੜੀ ਲਾਈਨ ਹੈਗੀ ਟੈਲੀਫੋਨ ਵਾਲੀ, ਕੋਈ ਵੀ ਜਰੀਆ ਸੀ, ਉਹ ਸਾਰਾ ਕੁਝ ਕੱਟ ਦਿੱਤਾ। ਅੰਮ੍ਰਿਤਸਰ ਨੂੰ ਪੂਰੇ ਸੰਸਾਰ ਦੇ ਨਾਲੋਂ ਵੱਖ ਕਰ ਦਿੱਤਾ, ਕੋਈ ਕਿਸੇ ਦਾ ਕੰਟੈਕਟ ਨਹੀਂ ਸੀ। ਤੇ ਉਹ ਦਿਨ ਚੁਣਿਆ ਗਿਆ 3 ਜੂਨ, ਜਿਸ ਵੇਲੇ ਉਦੋਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਸੀ, ਕਿਉਂਕਿ ਉਸ ਦਿਨ ਤੇ ਸਿੱਖ ਸੰਗਤਾਂ ਨੇ ਵਹੀਰਾਂ ਘੱਟ ਕੇ ਉੱਥੇ ਸ਼ਹੀਦੀ ਪੁਰਬ ਮਨਾਉਣ ਵਾਸਤੇ ਆਉਣਾ ਸੀ। 1 ਜੂਨ ਤੋਂ ਫੌਜ ਉਤਾਰੀ ਗਈ ਅੰਮ੍ਰਿਤਸਰ ਸ਼ਹਿਰ ਦੇ ਵਿੱਚ। 1 ਜੂਨ ਨੂੰ ਵੀ ਗੋਲਾਬਾਰੀ ਹੋਈ। 1 ਜੂਨ ਤੋਂ ਲੈ ਕੇ ਮੈਂ ਸੰਖੇਪ ਰੱਖਾਂ 6 ਜੂਨ ਤੱਕ ਇਹ ਜਿਹੜਾ ਆਪਰੇਸ਼ਨ ਚੱਲਿਆ, ਔਰ ਇਹ ਆਪਰੇਸ਼ਨ ਦਾ ਨਾਮ ਦਿੱਤਾ ਗਿਆ ਬਲੂ ਸਟਾਰ ਆਪਰੇਸ਼ਨ। ਔਰ ਕੇਸ ਬਰਾੜ ਲਿਖਦਾ ਹੈ, ਕਹਿੰਦਾ 1965 ਦੀ ਜੰਗ ਹੋਈ ਹੈ, 71 ਦੀ ਜੰਗ ਹੋਈ ਹੈ, ਚੀਨ ਦੇ ਨਾਲ ਜੰਗਾਂ ਹੋਈਆਂ ਨੇ, ਹਿੰਦੁਸਤਾਨ ਦੀਆਂ, ਭਾਰਤ ਦੀਆਂ, ਪਾਕਿਸਤਾਨ ਦੇ ਨਾਲ ਜੰਗਾਂ ਹੋਈਆਂ ਨੇ। ਇੰਨੇ ਮਾਰੂ ਗੈਸਾਂ ਤੇ ਮਾਰੂ ਹਥਿਆਰ ਨਾ ਪਾਕਿਸਤਾਨ ਦੀ ਜੰਗ ਵਿੱਚ ਵਰਤੇ ਗਏ ਤੇ ਨਾ ਚੀਨ ਦੀ ਜੰਗ ਵਿੱਚ ਵਰਤੇ ਗਏ, ਜਿਹੜੇ ਅਕਾਲ ਤਖਤ ਨੂੰ ਢਾਉਣ ਵਾਸਤੇ ਵਰਤੇ ਗਏ, ਸਿੱਖਾਂ ਨੂੰ ਮਾਰਨ ਵਾਸਤੇ ਵਰਤੇ ਗਏ। ਉਹ ਸਿੱਖ ਜਿਨ੍ਹਾਂ ਨੇ 1947 ਦੇ ਵਿੱਚ ਇਹਨਾਂ ਦੀ ਝੋਲੀ ਵਿੱਚ ਆਜ਼ਾਦੀ ਪਾਈ, ਇਹਨਾਂ ਨੂੰ ਇੱਕ ਵੱਖਰਾ ਦੇਸ਼ ਲੈ ਕੇ ਦਿੱਤਾ। ਉਹ ਲਿਖਦਾ, ਕਹਿਣ ਲੱਗਾ, ਇਹੋ ਜਿਹੀਆਂ ਮਾਰੂ ਗੈਸਾਂ, ਮਾਰੂ ਹਥਿਆਰ ਨਹੀਂ ਵਰਤੇ ਗਏ ਚੀਨ ਦੀ ਜੰਗ ਵਿੱਚ, ਪਾਕਿਸਤਾਨ ਦੀ ਜੰਗ ਵਿੱਚ। ਜਿੰਨਾ ਸਾਜੋ ਸਮਾਨ, ਜਿੰਨੇ ਹਥਿਆਰ ਜਿਹੜੇ ਨੇ ਉਹ ਇਸ ਸਾਕੇ ਦੇ ਵਿੱਚ ਵਰਤੇ ਗਏ। ਇੱਥੇ ਹੀ ਬਸ ਨਹੀਂ, ਰੂਸ ਤੇ ਫਰਾਂਸ ਦੀਆਂ ਸਿਖਲਾਈਆਂ ਹੋਈਆਂ ਫੌਜਾਂ ਦੇ ਸਿਪਾਹੀ ਸਪੈਸ਼ਲ ਇੱਥੇ ਬੁਲਾਏ ਗਏ ਕਿ ਅੱਜ ਸਾਡੇ ਹੱਥ ਖੜੇ ਹੋਏ ਨੇ, ਤੁਸੀਂ ਆਓ, ਤੁਸੀਂ ਕੰਟਰੋਲ ਕਰੋ। ਟੈਂਕਾਂ ਤੱਕ ਵਰਤੇ ਗਏ, ਕੀ ਕੁਝ ਨਹੀਂ ਵਰਤਿਆ ਗਿਆ। ਇੰਨੀਆਂ ਸਿੱਖ ਸੰਗਤਾਂ ਨੂੰ ਸ਼ਹੀਦ ਕੀਤਾ ਗਿਆ। ਇਤਿਹਾਸ ਦੇ ਪੰਨਿਆਂ ਤੇ ਲਿਖਿਆ। ਸਮਾਂ ਕੰਧ ਮੁਕਾ ਰਿਹਾ ਕਿ ਮੈਂ ਚਾਹਣਾ, ਮੈਂ ਇੱਕ ਬਜ਼ੁਰਗ ਪਾਣੀ ਮੰਗਦਾ, ਫੌਜੀ ਸਿਪਾਹੀ ਨੂੰ ਕਹਿੰਦਾ ਮੈਨੂੰ ਪਾਣੀ ਦੇ। ਉਹ ਕਹਿੰਦਾ ਠੀਕ, ਮੈਂ ਲਿਆ ਕੇ ਦੇਣਾ। ਉਹ ਬਜ਼ੁਰਗ ਨੇ 4 ਬਜ਼ੁਰਗਾਂ ਨੂੰ ਹੋਰ ਵੀ ਆਵਾਜ਼ ਮਾਰ ਲਈ ਵੀ ਸ਼ਾਇਦ ਉਹ ਪਾਣੀ ਲੈਣ ਗਿਆ, ਤੇ ਆਓ ਜਿੱਥੇ ਮੈਂ ਪਾਣੀ ਪੀਣਾ ਤੁਸੀਂ ਵੀ ਪਾਣੀ ਪੀ ਲਵੋ। ਕਿਉਂਕਿ ਜਦੋਂ 1 ਜੂਨ ਨੂੰ ਫੌਜ ਦਾਖਲ ਹੋਈ ਤੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਗਿਆ, ਜਿਹੜੀ ਉੱਥੇ ਪਾਣੀ ਵਾਲੀ ਟੈਂਕੀ ਸੀ, ਪਾਣੀ ਵਾਲੀ ਟੈਂਕੀ ਦਾ ਕਨੈਕਸ਼ਨ ਤੋੜ ਦਿੱਤਾ ਗਿਆ ਵੀ ਇਹਨਾਂ ਨੂੰ ਪਿਆਸੇ ਰੱਖਿਆ ਜਾਵੇ। ਅੱਤ ਦੀ ਗਰਮੀ, ਇਹਨਾਂ ਨੂੰ ਘੁੱਟ ਪਾਣੀ ਵੀ ਪੀਣ ਵਾਸਤੇ ਨਾ ਮਿਲੇ। ਜਦੋਂ ਉਹ ਬਜ਼ੁਰਗ 4 ਬਜ਼ੁਰਗਾਂ ਨੂੰ ਹੋਰ ਲੈ ਕੇ ਆਇਆ, ਆਓ ਸਿਪਾਹੀ ਪਾਣੀ ਲੈਣ ਗਿਆ, ਤੁਸੀਂ ਵੀ ਪਾਣੀ ਪੀ ਲਿਓ। ਤੇ ਜਦੋਂ ਉਹ ਪਾਣੀ ਲੈ ਕੇ ਆਇਆ, ਬਰਤਨ ਦੇ ਵਿੱਚ, ਜੱਗ ਦੇ ਵਿੱਚ ਪਾਣੀ ਪਾਇਆ ਹੈ, ਤੇ ਪਾਣੀ ਦੇ ਵਿੱਚ ਕੀ ਹੈ, ਸਿਗਰਟਾਂ ਘੋਲੀਆਂ ਹੋਈਆਂ ਨੇ। ਕਹਿੰਦਾ ਤੁਸੀਂ ਪਾਣੀ ਪੀ ਲਓ। ਉਹ ਬਜ਼ੁਰਗ ਧਾਹਾ ਮਾਰਦੇ, ਉਹ ਸੱਚਿਆ ਪਾਤਸ਼ਾਹ, ਆਹ ਤੇਰੀ ਕੌਮ ਹੈ ਜਿਹੜੀ ਸੜਕ ਤੇ ਜਾਂਦਿਆਂ ਨੂੰ ਆਵਾਜ਼ਾਂ ਮਾਰ ਮਾਰ ਕੇ ਪਾਣੀ ਪਿਆਉਂਦੀ ਹੈ। ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੂੰ ਤੇ ਭਾਈ ਕਨ੍ਹਈਏ ਨੂੰ ਮਸਕ ਚਕਾਈ ਸੀ, ਨਾਲ ਤੂੰ ਦਵਾਈ ਮਲਮ ਦਿੱਤੀ ਸੀ। ਅੱਜ ਇਹੋ ਜਿਹਾ ਸਮਾਂ ਜਿਨ੍ਹਾਂ ਵਾਸਤੇ ਸਾਰਾ ਕੁਝ ਕੀਤਾ, ਅੱਜ ਸਾਨੂੰ ਪਾਣੀ ਦੇ ਵਿੱਚ ਵੀ ਤੰਬਾਕੂ ਘੋਲ ਕੇ ਦੇ ਰਹੇ ਨੇ, ਸਿਗਰਟਾਂ ਘੋਲ ਕੇ ਦੇ ਰਹੇ ਨੇ।
ਆਹ ਹਾਲਾਤ ਸਾਡੇ ਬਜ਼ੁਰਗਾਂ ਨੇ ਵੇਖੇ। ਕਿੰਨੀਆਂ ਸਿੱਖ ਸੰਗਤਾਂ ਜਿਨ੍ਹਾਂ ਨੂੰ ਇਹ ਸਾਕੇ ਬਾਰੇ ਪਤਾ ਵੀ ਨਹੀਂ ਸੀ, ਦਰਸ਼ਨ ਕਰਨ ਆਈਆਂ ਸੀ ਕੇਵਲ ਤੇ ਕੇਵਲ ਵੀ ਸ਼ਹੀਦੀ ਪੁਰਬ ਅਸੀਂ ਜਾਣਾ, ਸੈਲੀਬ੍ਰੇਟ ਕਰਨਾ ਹੈ। ਕਿੰਨੀਆਂ ਸਿੱਖ ਸੰਗਤਾਂ ਆਈਆਂ ਜਿਹੜੀਆਂ ਇਸ ਗੋਲੀ ਦਾ ਸ਼ਿਕਾਰ ਹੋਈਆਂ, ਸ਼ਹਾਦਤ ਦੇ ਜਾਮ ਪੀਤੇ। ਕਿੰਨੇ ਬੱਚੇ, ਕਿੰਨੀਆਂ ਮਾਵਾਂ, ਕਿੰਨੇ ਬਜ਼ੁਰਗ। ਉਸ ਵੇਲੇ ਅੱਜ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ, ਹਰਿਮੰਦਰ ਸਾਹਿਬ ਜਾਂਦੇ ਹੋ, ਅੱਜ ਜਿਹੜੇ ਮਾਰਬਲ ਚਿੱਟੇ ਤੇ ਤੁਸੀਂ ਤੁਰਦੇ ਹੋ, ਉਹ ਮਾਰਬਲ ਵੀ ਉਸ ਵੇਲੇ ਲਾਲੋ ਲਾਲ ਸੀ ਤੇ ਸਰੋਵਰ ਦਾ ਪਾਣੀ ਜਿਹੜਾ ਖੂਨ ਦੇ ਨਾਲ ਭਰਿਆ ਹੋਇਆ, ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚ 20 ਗੋਲੀਆਂ ਤੱਕ ਲੱਗੀਆਂ। ਰਾਗੀ ਸਿੰਘ ਸ਼ਹੀਦ ਹੋਏ। ਇਹਨੇ ਕਤਲੋ ਗਾਰਤ ਕੀਤੀ ਇਹ ਭਾਰਤ ਦੀ ਇਹ ਸਰਕਾਰ ਨੇ। ਤੇ ਕਿਸੇ ਦਾਨੇ ਸੱਜਣ ਦੇ ਬੋਲ ਨੇ, ਉਹ ਕਹਿੰਦਾ ਸੱਜਣਾ ਅੱਜ ਵੀ ਜਦੋਂ ਦਰਬਾਰ ਸਾਹਿਬ ਜਾਣਾ ਹੈ ਨਾ, ਤੇ ਜਿਹੜੀ ਪਰਿਕਰਮਾ ਵਿੱਚ ਕਦਮ ਧਰਦਾ ਹੈ, ਤੇਰਾ ਇੱਕ ਕਦਮ ਗਾਹ ਹੋਵੇ, ਤੇਰੀ ਜ਼ਬਾਨ ਵਿੱਚ ਵਾਹਿਗੁਰੂ ਹੋਵੇ, ਕਿਉਂਕਿ ਉੱਥੇ ਤੇ 1 ਇੰਚ ਵੀ ਇਹੋ ਜਿਹੀ ਥਾਂ ਨਹੀਂ ਹੋਣੀ ਜਿੱਥੇ ਕਿਸੇ ਸ਼ਹੀਦ ਦੀ ਰੱਤ ਨਾ ਡੁੱਲੀ ਹੋਵੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ। ਫਿਰ ਲਾਸ਼ਾਂ ਵਿੱਚੋਂ ਬਦਬੂ ਆਉਂਦੀ। 1 ਜੂਨ ਤੋਂ ਲੈ ਕੇ 6 ਜੂਨ ਤੱਕ ਕਿਸੇ ਲਾਸ਼ ਨੂੰ 3 ਦਿਨ ਹੋ ਗਏ ਪਈ ਨੂੰ, ਕਿਸੇ ਲਾਸ਼ ਨੂੰ 4 ਦਿਨ ਹੋ ਗਏ ਪਈ ਨੂੰ। ਅਜੇ 1919 ਜਿਹੜਾ ਜਲਿਆਂਵਾਲਾ ਸਾਕਾ ਵਾਪਰਿਆ ਸੀ, ਉੱਥੋਂ ਵੀ ਸ਼ਨਾਖਤ ਹੋਈ ਸੀ ਲਾਸ਼ਾਂ ਦੀ। ਜਿਨ੍ਹਾਂ ਦੀਆਂ ਲਾਸ਼ਾਂ ਸੀ ਲੱਦ ਕੇ ਗੱਡੀ 'ਚ ਉਹਨਾਂ ਦੇ ਘਰੇ ਉਹਨਾਂ ਮਾਲਕਾਂ ਦੇ ਹਵਾਲੇ ਕੀਤੀਆਂ ਗਈਆਂ ਸੀ। ਪਰ ਜਿਹੜਾ ਇਹ ਸਾਕਾ ਵਾਪਰਿਆ ਸੀ, ਕਿਸੇ ਨੇ ਲਾਸ਼ ਦੀ ਸ਼ਨਾਖਤ ਤੱਕ ਨਹੀਂ ਕੀਤੀ। ਅਖੀਰ ਫੌਜ ਨੇ ਹੁਕਮ ਕੀਤਾ ਮਿਊਨਿਸਪਲ ਕਮਿਊਨਿਟੀ ਨੂੰ, ਉਹ ਆਏ ਗੱਡੀਆਂ ਲੈ ਕੇ। ਉਹ ਗੱਡੀਆਂ ਜਿਹੜੀਆਂ ਗੱਡੀਆਂ ਲੋਕਾਂ ਦੇ ਘਰਾਂ ਵਿੱਚੋਂ ਗਾਰਬੇਜ ਕਵਰ ਕਰਦੀਆਂ ਨੇ, ਉਹ ਗੱਡੀਆਂ ਗੰਦ ਚੁੱਕਣ ਵਾਲੀਆਂ ਆਈਆਂ। ਉਹਨਾਂ ਕਰਮਚਾਰੀਆਂ ਨੂੰ ਸ਼ਰਾਬ ਦੀਆਂ ਬੋਤਲਾਂ ਦੇ ਦੇ ਕੇ ਗੰਦ ਚੁੱਕਣ ਵਾਲੀਆਂ ਗੱਡੀਆਂ ਵਿੱਚ ਇਹ ਲਾਸ਼ਾਂ ਸਿੱਖਾਂ ਦੀਆਂ ਜਿਹੜੀਆਂ ਲਦਾਈਆਂ ਗਈਆਂ। ਉਹ ਆਖਦੇ ਸਾਨੂੰ ਮਜ਼ਦੂਰੀ ਦਿਓ, ਕਹਿੰਦੇ ਮਜ਼ਦੂਰੀ ਛੱਡੋ, ਲਾਸ਼ਾਂ ਚੁੱਕੋ। ਕਿਸੇ ਲਾਸ਼ ਦੇ ਗਲ ਵਿੱਚੋਂ ਤੁਹਾਨੂੰ ਸੋਨੇ ਦੀ ਚੈਨੀ ਮਿਲੇਗੀ, ਕਿਸੇ ਲਾਸ਼ ਦੇ ਹੱਥ ਵਿੱਚੋਂ ਤੁਹਾਨੂੰ ਕੜਾ ਮਿਲੇਗਾ, ਕਿਸੇ ਚੋਂ ਸੋਨੇ ਦੀ ਮੁੰਦਰੀ ਮਿਲੇਗੀ, ਤੁਹਾਡਾ ਘਰ ਪੂਰਾ ਹੋ ਜਾਏਗਾ। ਤੁਸੀਂ ਲਾਸ਼ਾਂ ਚੱਕੋ। ਉਹ ਲਾਸ਼ਾਂ ਚੱਕ ਕੇ ਸ਼ਮਸ਼ਾਨ ਘਾਟ ਜਾ ਕੇ ਇੱਕੋ ਢੇਰ ਤੇ ਰੱਖ ਕੇ ਤੇ ਉਹਨਾਂ ਨੂੰ ਸੰਸਕਾਰ ਕੀਤਾ ਗਿਆ। ਇਸੇ 6 ਜੂਨ ਨੂੰ ਜਨਰਲ ਸਰਦਾਰ ਸੁਬੇਗ ਸਿੰਘ ਜੀ, ਉਹ ਵੀ ਸ਼ਹੀਦੀ ਦਾ ਜਾਮ ਪੀਤਾ। ਭਾਈ ਅਮਰੀਕ ਸਿੰਘ ਜੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਸੀ, ਸ਼ਹਾਦਤ ਦਾ ਜਾਮ ਪੀਤਾ। ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਉਹ ਵੀ ਇੱਥੇ ਸ਼ਹੀਦੀ ਦਾ ਜਾਮ ਜਿਨ੍ਹਾਂ ਨੇ ਪੀਤਾ। ਸੋ ਅੱਜ ਦੇ ਦਿਨ, ਅੱਜ ਤੋਂ 37 ਸਾਲ ਪਹਿਲਾਂ ਇਹ ਸਾਕਾ ਜਿਹੜਾ ਵਾਪਰਿਆ, ਸਾਨੂੰ ਯਾਦ ਰੱਖਣਾ ਚਾਹੀਦਾ। ਸਾਡੇ ਬਜ਼ੁਰਗਾਂ ਨੂੰ ਯਾਦ, ਸਾਨੂੰ ਬੱਚਿਆਂ ਨੂੰ ਦੱਸਣਾ ਚਾਹੀਦਾ। ਫਿਰ ਮੈਂ ਬੇਨਤੀ ਕਰਾਂ, ਇਹ ਸਾਕੇ ਭੁਲਾਉਣ ਵਾਲੇ ਨਹੀਂ ਹੁੰਦੇ। ਜਿਹੜੀਆਂ ਕੌਮਾਂ ਆਪਦੇ ਸਾਕਿਆਂ ਨੂੰ, ਆਪਦੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ, ਉਹ ਕੌਮਾਂ ਗਵਾਚ ਜਾਂਦੀਆਂ ਨੇ। ਅੱਜ ਤੱਕ ਹਿੰਦੁਸਤਾਨ ਦੀ ਸਰਕਾਰ ਨੇ, ਹਾਂ 2 ਬੰਦੇ ਲੜੇ ਹੋਣ ਤੇ ਪੰਚਾਇਤ ਇਕੱਠੀ ਹੁੰਦੀ ਹੈ, ਤੇ ਜਿਹੜੇ ਬੰਦੇ ਦਾ ਨੁਕਸਾਨ ਹੋਇਆ ਹੋਵੇ ਤੇ ਜਿਸ ਨੇ ਕੀਤਾ ਹੋਵੇ, ਭਰੀ ਪੰਚਾਇਤ ਉਹਨੂੰ ਜੋ ਸਜ਼ਾ ਦੇਵੇ ਉਹ ਮੰਨੇ, ਹਾਂ ਵੀ ਇਹਦਾ ਮੈਂ ਨੁਕਸਾਨ ਕੀਤਾ, ਮੈਂ ਇਹਦਾ ਨੁਕਸਾਨ ਭਰਾਂਗਾ, ਹਰਜਾਨਾ ਭਰਾਂਗਾ, ਪਲੱਸ ਮੈਂ ਭਰੀ ਪੰਚਾਇਤ ਵਿੱਚ ਇਹਦੇ ਤੋਂ ਮਾਫੀ ਮੰਗਦਾ, ਤਾਂ ਬੰਦਾ ਕਿਤੇ ਨਾ ਕਿਤੇ ਕਹਿੰਦਾ ਚਲੋ ਕੋਈ ਗੱਲ ਨਹੀਂ, ਭੁੱਲ ਜਾਣਾ ਚਾਹੀਦਾ, ਇਸ ਨੂੰ ਮਾਫ ਕਰ ਦੇਣਾ ਚਾਹੀਦਾ। ਅੱਜ 37 ਸਾਲ ਹੋ ਗੁਜ਼ਰੇ ਨੇ, ਅੱਜ ਤੱਕ ਕਿਸੇ ਨੇਤਾ ਨੇ, ਜਿਨ੍ਹਾਂ ਨੇ ਸਾਰਾ ਕੁਝ ਪਿੱਛੋਂ ਆਰਡਰ ਦੇ ਕੇ ਕਰਵਾਇਆ, ਕਿਸੇ ਨੇ ਮਾਫੀ ਤੱਕ ਨਹੀਂ ਮੰਗੀ, ਤੇ ਉਲਟਾ ਆਖਦੇ ਨੇ ਸਿੱਖ ਕੌਮ ਇਸ ਇਤਿਹਾਸ ਨੂੰ ਭੁੱਲ ਜਾਵੇ। ਗੁਰੂ ਕਿਰਪਾ ਕਰੇ। ਅੱਜ ਦੇ ਉਹ 1984 ਜੂਨ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ-ਕੋਟ ਪ੍ਰਣਾਮ ਹੈ। ਮੇਰੇ ਪਾਸੋਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ। ਗੁਰੂ ਕਿਰਪਾ ਕਰੇ ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਸਰਦਾਰ ਦਸੂਟਾ ਪਰਿਵਾਰ ਵੱਲੋਂ ਪਿਛਲੇ ਦਿਨੀ ਜੋ ਸਹਿਜ ਪਾਠ ਪ੍ਰਾਰੰਭ ਹੋਏ ਸਨ, ਉਹਨਾਂ ਦੇ ਆਪਾਂ ਸ਼ਲੋਕ ਮਿਲ ਕੇ ਸਰਵਣ ਕਰੀਏ ਜੀ। ਅਦਬ ਨਾਲ ਫਤਿਹ ਬੁਲਾਓ। ਸੈਕਟਰੀ ਸਾਹਿਬ ਦੇ ਵੱਲੋਂ ਹੁਕਮ ਸੀਗਾ ਕਿ ਅੱਜ ਦਾ ਇਹ ਸਾਕਾ ਜਿਹੜਾ ਹੈਗਾ ਇਹਦੇ ਤੇ ਜ਼ਰੂਰ ਵਿਚਾਰ ਕੀਤੀ ਜਾਵੇ। ਸਾਡੇ ਬੱਚਿਆਂ ਨੂੰ, ਸਾਡੀ ਜਵਾਨੀ ਨੂੰ ਇਹਦੇ ਬਾਰੇ ਪਤਾ ਲੱਗੇ ਵੀ ਸਾਡੇ ਨਾਲ ਬੀਤਿਆ ਕੀ ਸੀ। ਵੈਸੇ ਇਹ ਸਾਕਾ ਕੋਈ ਅੱਧੇ ਘੰਟੇ ਦਾ ਨਹੀਂ ਹੈ, ਕਿਉਂਕਿ 1 ਹਫ਼ਤੇ ਦਾ ਆਪਰੇਸ਼ਨ ਚੱਲਿਆ। ਉਹ ਇਹ ਸਾਕਾ ਕਈ ਘੰਟਿਆਂ ਦਾ, ਕੇਵਲ ਆਪਾਂ ਨੇ ਪੰਛੀ ਦੀ ਝਾਤ ਪਾਈ ਹੈ। ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।